ਸੁਨਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲਾ ਘਰ ਪਹਿਲਾ। ਮੋਤੀ ਤ ਮੰਦਰ ਊਸ ਰਹਿ। ਰਤਨੀ ਤ ਹੋਹਿ ਜੜਾਓ। ਕਸਤੂਰ ਕੁੰਗੂ ਅਗਰ ਚੰਦਨ। ਲੀਪ ਆਵੈ ਚਾਓ। ਮੋਤੀ ਤ ਮੰਦਰ ਊਸ ਰਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ। ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ। ਹਜੂਰੇ ਅਨਵਰ ਸ਼ਹਿਨਸ਼ਾਹੇ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗਾਂ ਦਾ ਸਦਕਾ ਪੂਰੇ ਸਤਿਗੁਰੂ ਜੀ ਦੀ ਸੰਗਤ ਪ੍ਰਾਪਤ ਹੋਈ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਅਸੀਂ ਕਲਯੁਗੀ ਜੀਵਾਂ ਦੇ ਉੱਪਰ ਤਰਸ ਕਰਦਿਆਂ ਹੋਇਆਂ ਇਹ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਆ। ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਆਪ ਜੀ ਨੇ ਪਿੱਛੇ ਪ੍ਰਸੰਗ ਸਰਵਣ ਕੀਤਾ ਕਿ ਕਲਯੁਗ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰਤਾਲਾਪ ਹੋਈ। ਕਲਯੁਗ ਨੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਸੀਸ ਝੁਕਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ, ਮੈਂ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਉੱਪਰ ਜੋ ਭੇਟਾਵਾਂ ਅਰਪਣ ਕਰਨਾ ਚਾਹੁੰਦਾ ਹਾਂ। ਤੋ ਸਤਿਗੁਰੂ ਜੀ ਨੂੰ ਜੋ ਬੇਨਤੀ ਕੀਤੀ ਹੈ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਪਰਥਾਏ ਅਤੇ ਅਸੀਂ ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਣ ਵਾਸਤੇ ਸੁਭਾਇਮਾਨ ਮੁਖਾਰਬਿੰਦ ਤੋਂ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਧਿਆਨ ਦੇ ਸਹਿਤ ਗੁਰੂ ਕੇ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤ ਤ੍ਰੇਈ ਕਾਲ ਆਬਾਦ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ। ਅਤੇ ਓੰਕਾਰ ਇੱਕ ਓੰਕਾਰ ਦੀ ਧੁਨੀ ਉਚਾਰਨ ਕਰਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਸਤ ਤ੍ਰੇਈ ਕਾਲ ਆਬਾਦ ਗੁਰ ਚੇਤਨ ਸਰੂਪ ਅਤੇ ਪਰਮਾਤਮਾ ਵਾਹਿਗੁਰੂ ਸਦਾ ਵਾਸਤੇ ਸੱਚਾ ਹੈ। ਗੁਰੂ ਉਹਨੂੰ ਕਹਿੰਦੇ ਨੇ ਜੋ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰੇ। ਤੋ ਸਤਿਗੁਰ ਪ੍ਰਸਾਦ ਪਰ ਵਿਸ਼ੇਸ਼ ਕਰਕੇ ਸਵਾਦਾਂ ਤੋਂ ਪਰੇ ਹੈ। ਉਹ ਪਰਮਾਤਮਾ ਵਾਹਿਗੁਰੂ ਜਿਹੜੇ ਪਰਮਾਤਮਾ ਦੇ ਪਿਆਰੇ ਪਰਮਾਤਮਾ ਦੀ ਬੰਦਗੀ ਕਰਦੇ ਪੂਰੇ ਗੁਰੂ ਕੇ ਲੜ ਲੱਗ ਕੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਉਹ ਵੀ ਸਵਾਦਾਂ ਤੋਂ ਪਰੇ ਹੋ ਜਾਂਦੇ ਨੇ। ਪ੍ਰਸਾਦ ਤੋਂ ਭਾਵ ਹੈ ਕਿਰਪਾ। ਪੂਰੇ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਐਸੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲਾ ਘਰ ਪਹਿਲਾ। ਤੋ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ ਨੇ। ਰਾਗ ਸ੍ਰੀ ਰਾਗ। ਰਾਗਾਂ ਦੇ ਵਿੱਚੋਂ ਜੋ ਮੇਨ ਰਾਗ ਹੈ ਨਾ, ਮੁੱਖ ਰਾਗ ਹੈ ਰਾਗਾਂ ਵਿੱਚ ਸ੍ਰੀ ਰਾਗ ਹੈ। ਜੇ ਸੱਚ ਧਰੇ ਪਿਆਰ ਬਾਣੀ ਦੇ ਵਿੱਚ ਬਚਨ ਆਏ ਹਨ। ਰਾਗਾਂ ਦਾ ਵਿਖਿਆਨ ਮਹਾਂਪੁਰਖਾਂ ਨੇ ਭਾਵੇਂ ਬੇਅੰਤ ਦਿੱਤਾ ਹੈ, ਪਰ ਸੂਖਮ ਰੂਪ ਦੇ ਵਿੱਚ ਆਪਾਂ ਨੇ ਵਿਚਾਰ ਸਰਵਣ ਕਰਨੀ ਹੈ। ਤੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਰਾਗਾਂ ਦੇ ਵਿੱਚੋਂ ਜੋ ਮੇਨ ਰਾਗ ਹੈ ਸ੍ਰੀ ਰਾਗ। ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਭਾਇਮਾਨ ਪਾਵਨ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਨ ਕੀਤਾ। ਇਹ ਘਰ ਪਹਿਲਾ ਪਹਿਲੇ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕੀਤਾ। ਤੋ ਇੱਥੇ ਜਿਹੜਾ ਪਹਿਲਾ ਹੈ ਨਾ, ਇੱਕ ਵਾਰ ਦੋ ਵਾਰ ਉਚਾਰਨ ਕੀਤਾ, ਦੋ ਵਾਰ ਉਚਾਰਨ ਕਰਨਾ। ਤੋ ਇਸ ਪ੍ਰਕਾਰ ਹਾਂਜੀ ਸਤਿਗੁਰੂ ਜੀ ਕਿਰਪਾ ਕਰਦੇ ਹਨ। ਮੋਤੀ ਤਾ ਮੰਦਰ ਊਸ ਰਹਿ।
ਸਤਿਗੁਰੂ ਜੀ ਨੇ ਬਚਨ ਕੀਤੇ, ਕਿਉਂਕਿ ਕਲਯੁਗ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਚੋਜੀ ਪ੍ਰੀਤਮ ਸਤਿਗੁਰੂ ਜੀ ਨੂੰ ਇਹ ਬੇਨਤੀ ਪੂਰਵਕ ਜੋ ਭੇਟਾਵਾਂ ਅਰਪਣ ਕਰਨ ਵਾਸਤੇ ਬੇਨਤੀ ਕੀਤੀ ਹੈ। ਤੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਨਿਹਾਲ ਕਰਨ ਵਾਸਤੇ ਜੋ ਆਪਣੇ ਸੁਭਾਇਮਾਨ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤੇ ਕਿ ਮੋਤੀ ਤਾਂ ਮੰਦਰ ਉਸ ਰਹੇ। ਜਿਹੜੇ ਮੰਦਰ ਨੇ ਨਾ, ਮੰਦਰ ਮਹਿਲ ਮਾੜੀਆਂ ਸੋਨੇ ਦੀਆਂ ਇੱਟਾਂ ਦਾ ਉਚਾਰਨ ਕੀ ਜੋ ਉਸਰਿਆ ਜਾਵੇ। ਕਹਿਣ ਤੋਂ ਭਾਵ ਕਿ ਜਿਹੜਾ ਮਹਿਲ ਹੈ ਨਾ, ਇਹ ਸੋਨੇ ਦੀਆਂ ਇੱਟਾਂ ਦਾ ਹੋਵੇ। ਤੇ ਫਿਰ ਸਤਿਗੁਰੂ ਜੀ ਨੇ ਬਚਨ ਕੀਤੇ, ਰਤਨੀ ਤਾਂ ਹੋਏ ਜੜਾਓ। ਤੋ ਸੋਨੇ ਦੀਆਂ ਇੱਟਾਂ ਹੋਣ, ਸੋਨੇ ਦੀਆਂ ਇੱਟਾਂ ਦਾ ਮਹਿਲ ਬਣਾਇਆ ਜਾਵੇ। ਤੇ ਫਿਰ ਜੋ ਜਿਹੜੀਆਂ ਇੱਟਾਂ ਨੇ ਉਹਨਾਂ ਦੇ ਉੱਪਰ ਮੋਤੀਆਂ ਨੂੰ ਰਗੜ ਕੇ ਮੋਤੀਆਂ ਦਾ ਚੂਨਾ ਬਣਾ ਕੇ ਤੇ ਉਹਨਾਂ ਦਾ ਮੋਤੀਆਂ ਦੇ ਚੂਨੇ ਦਾ ਲੇਪਨ ਕੀਤਾ ਜਾਵੇ। ਰਤਨੀ ਤਾਂ ਹੋਏ ਜੜਾਓ। ਤੇ ਫਿਰ ਹੀਰੇ ਲਾਲ ਪੰਨਾ ਪੁਖਰਾਜ ਇਹ ਜੜੇ ਜਾਣ ਵਿੱਚ। ਕਸਤੂਰ ਕੁੰਗੂ ਅਗਰ ਚੰਦਨ। ਤੇ ਜਿਹੜੀ ਕਸਤੂਰੀ ਹੈ ਤੋ ਕਸਤੂਰੀ ਤੇ ਫਿਰ ਅਗਰ ਕਪੂਰ ਚੰਦਨ ਇਤ ਆਦਿਕ ਇਹਨਾਂ ਦਾ ਲੇਪਨ ਕੀਤਾ ਜਾਵੇ ਉਹਨਾਂ ਮੰਦਰਾਂ ਦੇ ਵਿੱਚ। ਫਿਰ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਕਸਤੂਰੀ ਦਾ ਲੇਪਨ ਕੀਤਾ ਜਾਵੇ, ਚੰਦਨ ਦਾ ਲੇਪਨ ਕੀਤਾ ਜਾਵੇ ਤੇ ਅਗਰ ਕਪੂਰ ਦਾ ਲੇਪਨ ਕੀਤਾ ਜਾਵੇ। ਫਿਰ ਜਿਹੜਾ ਮਨੁੱਖ ਉਹਦੇ ਵਿੱਚ ਨਿਵਾਸ ਕਰੇ ਉਹ ਵੀ ਆਪਣੇ ਤਨ ਦੇ ਉੱਪਰ ਚੰਦਨ ਕਪੂਰ ਅਗਰ ਕਪੂਰ ਦਾ ਲੇਪਨ ਕਰ ਲੈਣਾ ਕਰੇ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਤੇ ਐਸੀਆਂ ਸੁਗੰਧੀਆਂ ਮਾਣ ਕੇ, ਐਸੀਆਂ ਸੁਗੰਧੀਆਂ ਲੈ ਕੇ ਤੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਚਾਅ ਉਤਪੰਨ ਹੋਵੇ। ਮਤ ਦੇਖ ਭੂਲਾ ਵੀਸਰੈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਮਤਾਂ ਐਸੇ ਜਿਹੜੇ ਸੋਹਣੇ ਮੰਦਰ ਜਿਹੜੇ ਸੋਨੇ ਦੇ ਬਣੇ ਹੋਣ ਤੇ ਉੱਪਰ ਜਿਹੜੇ ਹੀਰੇ ਮੋਤੀ ਜਵਾਹਰਾਤ ਨੇ ਉਹਨਾਂ ਦੇ ਜੜਾਓ ਜੜੇ ਹੋਣ। ਤੇ ਇਸੇ ਹੀ ਤਰ੍ਹਾਂ ਜਿਹੜੀਆਂ ਇੱਟਾਂ ਨੇ ਉਹ ਜੋ ਹੀਰਿਆਂ ਦਾ ਚੂਨਾ ਬਣਾ ਕੇ ਉਹਦੇ ਨਾਲ ਲਾਈਆਂ ਜਾਣ ਉਹਨਾਂ ਮੰਦਰਾਂ ਦੇ ਵਿੱਚ ਇੱਟਾਂ। ਤੇ ਫਿਰ ਸੁਗੰਧੀਆਂ ਵਾਲੀਆਂ ਵਸਤੂਆਂ ਛਿੜਕੀਆਂ ਜਾਣ ਉਹਨਾਂ ਮੰਦਰਾਂ ਦੇ ਵਿੱਚ। ਤੋ ਇਸੇ ਹੀ ਤਰ੍ਹਾਂ ਕਹਿਣ ਤੋਂ ਭਾਵ ਕਿ ਬਹੁਤ ਜ਼ਿਆਦਾ ਸੁੰਦਰ ਮੰਦਰ ਬਣਾਏ ਜਾਣ। ਮੋਤੀ ਤਾਂ ਮੰਦਰ ਉਸਰਹਿ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਸੁਗੰਧੀਆਂ ਵਾਲੀਆਂ ਵਸਤੂਆਂ ਦਾ ਲੇਪਨ ਕੀਤਾ ਜਾਵੇ ਤੇ ਜਿਹੜਾ ਪੁਰਸ਼ ਉਹਨਾਂ ਦੇ ਵਿੱਚ ਪ੍ਰਵੇਸ਼ ਹੋਵੇ ਉਹਦੇ ਤਨ ਦੇ ਉੱਪਰ ਵੀ ਸੁਗੰਧੀਆਂ ਵਾਲੀਆਂ ਵਸਤੂਆਂ ਦਾ ਲੇਪਨ ਕੀਤਾ ਜਾਵੇ, ਛਿੜਕਾਓ ਕੀਤਾ ਜਾਵੇ। ਤੇ ਉਹਨਾਂ ਮੰਦਰਾਂ ਦੇ ਵਿੱਚ ਜਦੋਂ ਪ੍ਰਵੇਸ਼ ਹੋਵੇ ਤੇ ਬਹੁਤਾ ਜ਼ਿਆਦਾ ਚਾਅ ਉਤਪੰਨ ਹੋਵੇ ਹਿਰਦੇ ਦੇ ਵਿੱਚ। ਅਖੀਰ ਦੇ ਵਿੱਚ ਸਤਿਗੁਰੂ ਜੀ ਇਹ ਪੌੜੀ ਦੇ ਅਖੀਰ ਦੇ ਵਿੱਚ ਬਚਨ ਕਰਦੇ ਹਨ। ਹਾਂਜੀ। ਮਤ ਦੇਖ ਭੂਲਾ ਵੀਸਰੈ। ਹੇ ਪ੍ਰਮਾਤਮਾ ਵਾਹਿਗੁਰੂ ਜੀਓ, ਕਿਰਪਾ ਕਰੋ ਮਤਾਂ ਐਸੀਆਂ ਸੋਹਣੀਆਂ ਸੁੰਦਰ ਵਸਤੂਆਂ ਨੂੰ ਦੇਖ ਕੇ ਮਤਾਂ ਸਾਡਾ ਮਨ ਭੁੱਲ ਜਾਵੇ ਤੇ ਪ੍ਰਮਾਤਮਾ ਵਾਹਿਗੁਰੂ ਜੀਓ ਆਪ ਜੀ ਦਾ ਨਾਮ ਵਿਸਰ ਜਾਵੇ। ਤੋ ਕਲਯੁਗ ਨੂੰ ਵੀ ਸਤਿਗੁਰੂ ਜੀ ਸੰਬੋਧਨ ਕਰਕੇ ਕਹਿੰਦੇ ਨੇ ਕਿ ਕਲਯੁਗ ਤੇਰੇ ਪਾਸੋਂ ਐਸੀਆਂ ਵਸਤੂਆਂ ਭੇਟਾਂ ਦੇ ਵਿੱਚ ਲੈ ਕੇ ਤੇ ਉਹਨਾਂ ਦੇ ਵਿੱਚ ਜਦੋਂ ਅਸੀਂ ਪ੍ਰਵੇਸ਼ ਕਰੀਏ, ਉਹਨਾਂ ਦਾ ਜਦੋਂ ਆਨੰਦ ਮਾਣੀਏ ਤੇ ਮਤਾ ਕਲਯੁਗ ਜੋ ਅਖੀਰਲਾ ਸਮਾਂ ਹੈ ਜਿਹੜਾ ਉਹ ਅਸੀਂ ਭੁੱਲ ਹੀ ਜਾਈਏ। ਨਹੀਂ, ਸਾਨੂੰ ਇਹ ਵਸਤੂਆਂ ਪ੍ਰਵਾਨ ਨਹੀਂ ਹੈ। ਮਤ ਦੇਖ ਭੂਲਾ ਵੀਸਰੈ। ਤੋ ਇਹ ਸਭ ਕੁਝ ਐਸੇ ਆਨੰਦਮਈ ਵਸਤੂਆਂ ਨੂੰ ਪ੍ਰਾਪਤ ਕਰਕੇ ਤੇ ਪਰਮਾਤਮਾ ਦਾ ਨਾਮ ਜਦੋਂ ਵਿਸਰ ਗਿਆ, ਭੁੱਲ ਗਿਆ ਤੇ ਪਰਮਾਤਮਾ ਦਾ ਨਾਮ ਚੇਤੇ ਹੀ ਨਾ ਆਵੇ, ਇਹਨਾਂ ਵਸਤੂਆਂ ਦੇ ਵਿੱਚ ਖਚਤ ਹੋ ਕੇ ਐਸੇ ਆਨੰਦ ਕੌਤਕਾਂ ਦੇ ਵਿੱਚ ਮਸਤ ਹੋ ਕੇ ਪਰਮਾਤਮਾ ਦਾ ਨਾਮ ਚੇਤੇ ਹੀ ਨਾ ਆਵੇ, ਪਰਮਾਤਮਾ ਦਾ ਨਾਮ ਭੁੱਲ ਜਾਵੇ। ਇਸ ਕਰਕੇ ਐਸੀਆਂ ਵਸਤੂਆਂ ਅਸੀਂ ਚਾਹੁੰਦੇ ਨਹੀਂ ਆ,
ਐਸੀਆਂ ਵਸਤੂਆਂ ਦੀ ਸਾਨੂੰ ਲੋੜ ਨਹੀਂ ਹੈ। ਅਸੀਂ ਤਾਂ ਬਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੀ ਸਦਾ ਵਾਸਤੇ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਾਂ ਤੇ ਆਪਣੇ ਗੁਰਸਿੱਖਾਂ ਨੂੰ ਵੀ ਇਹੋ ਹੀ ਉਪਦੇਸ਼ ਦਿੰਦੇ ਹਾਂ। ਤੇਰਾ ਚਿਤ ਨਾ ਆਵੈ ਨਾਉ। ਹੇ ਪ੍ਰਮਾਤਮਾ ਵਾਹਿਗੁਰੂ ਜੀਓ, ਮਤਾਂ ਐਸੀਆਂ ਵਸਤੂਆਂ ਨੂੰ, ਸੁੰਦਰ ਆਨੰਦ ਕੌਤਕਾਂ ਨੂੰ, ਮਹਿਲ ਮਾੜੀਆਂ ਨੂੰ ਦੇਖ ਕੇ ਸਾਡਾ ਮਨ ਭੁੱਲ ਜਾਵੇ, ਸਾਡੇ ਮਨ ਦੇ ਵਿੱਚੋਂ ਆਪ ਜੀ ਦਾ ਨਾਮ ਵਿਸਰ ਜਾਵੇ ਤੇ ਆਪ ਜੀ ਦਾ ਨਾਮ ਚੇਤੇ ਹੀ ਨਾ ਕਦੇ ਆਵੇ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਆਪ ਜੀ ਦਾ ਨਾਮ ਚੇਤੇ ਹੀ ਨਾ ਆਵੇ। ਹਰ ਬਿਨ ਜੀਉ ਜਲ ਬਲ ਜਾਓ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਜਿਹੜੇ ਜੀਵ ਨੇ ਨਾ, ਉਹ ਜੀਵ ਈਰਖਾ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ, ਨਿੰਦਿਆ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ ਅਤੇ ਦੁਐਸ਼ ਭਾਵਨਾ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ। ਤੋ ਈਰਖਾ, ਬਖੀਲੀ, ਨਿੰਦਿਆ, ਚੁਗਲੀ ਇਤ ਆਦਿਕ ਇਹਨਾਂ ਦੇ ਵਿੱਚ, ਇਹਨਾਂ ਵਿਕਾਰਾਂ ਦੇ ਵਿੱਚ ਹੀ ਖਚਤ ਰਹਿੰਦੇ ਨੇ। ਤੋ ਸਤਿਗੁਰੂ ਜੀ ਬਚਨ ਕਰਦੇ ਨੇ, ਹਰ ਬਿਨ ਜੀਓ ਜਲ ਬਲ ਜਾਓ। ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਈਰਖਾ, ਬਖੀਲੀ, ਨਿੰਦਿਆ, ਚੁਗਲੀ ਦੇ ਵਿੱਚ ਮੇਰਾ ਮਨ ਸੜ ਬਲ ਨਾ ਜਾਵੇ। ਇਸ ਕਰਕੇ ਪ੍ਰਮਾਤਮਾ ਦਾ ਨਾਮ ਅਸੀਂ ਕਦੇ ਵੀ ਭੁਲਾਉਣਾ ਨਹੀਂ ਚਾਹੁੰਦੇ ਆਪਣੇ ਹਿਰਦੇ ਦੇ ਵਿੱਚੋਂ। ਮੈਂ ਆਪਣਾ ਗੁਰ ਪੂਛ ਦੇਖਿਆ। ਮੈਂ ਆਪਣੇ ਪੂਰੇ ਸਤਿਗੁਰੂ ਜੀ ਨੂੰ ਪੁੱਛ ਕੇ ਦੇਖ ਲਿਆ ਹੈ। ਆਪਣੇ ਪੂਰੇ ਸਤਿਗੁਰੂ ਜੀ ਦੇ ਪਾਸੋਂ ਉਪਦੇਸ਼ ਲੈ ਕੇ ਤੇ ਉਹ ਹਿਰਦੇ ਦੇ ਵਿੱਚ ਵਸਾ ਕੇ ਦੇਖਿਆ। ਅਵਰ ਨਾਹੀ ਥਾਓ। ਤੋ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਤੋਂ ਬਿਨਾਂ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਥਾਂ ਨਹੀਂ ਹੈ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ, ਜਿਸ ਕਰਕੇ ਜੀਵ ਦਾ ਉਧਾਰ ਹੋ ਜਾਵੇ। ਜਦੋਂ ਸੋਹਣੀਆਂ ਮਹਿਲ ਮਾੜੀਆਂ, ਹੀਰੇ ਮੋਤੀ ਜਵਾਹਰਾਤ, ਲਾਲ ਪੰਨਾ ਪੁਖਰਾਜ ਅਤੇ ਸੁੰਦਰ ਦੁੱਧ ਚਿੱਟੀਆਂ ਸੇਜਾਂ ਅਤੇ ਅਨੇਕਾਂ ਹੀ ਆਨੰਦਮਈ ਕੌਤਕ ਅਤੇ ਅਨੇਕਾਂ ਤਰ੍ਹਾਂ ਦੇ ਸੁੰਦਰ ਛਕਣ ਛਕਾਉਣ ਵਾਸਤੇ, ਭੋਗਣ ਵਾਸਤੇ ਪਦਾਰਥ ਪ੍ਰਾਪਤ ਹੋ ਜਾਣ ਤੇ ਜਿਹੜੇ ਜੀਵ ਨੇ ਨਾ, ਉਹ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਜਾਂਦੇ ਨੇ। ਤੇ ਜਦੋਂ ਪ੍ਰਮਾਤਮਾ ਦਾ ਨਾਮ ਭੁੱਲ ਜਾਵੇ, ਫਿਰ ਈਰਖਾ, ਬਖੀਲੀ, ਨਿੰਦਿਆ, ਚੁਗਲੀ ਦੇ ਵਿੱਚ ਬੰਦਾ ਗਲਤਾਨ ਹੋ ਕੇ ਤੇ ਸਦਾ ਵਾਸਤੇ ਸੜਦਾ ਹੀ ਰਹਿੰਦਾ ਹੈ। ਈਰਖਾ ਦੀ ਅੱਗ ਦੇ ਵਿੱਚ, ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਮੋਹ ਦੀ ਅੱਗ ਦੇ ਵਿੱਚ, ਮਾਇਆ ਦੀ ਅੱਗ ਦੇ ਵਿੱਚ। ਤੋ ਇਸ ਪ੍ਰਕਾਰ ਅਨੇਕਾਂ ਜਿਹੜੇ ਵਿਕਾਰ ਨੇ ਨਾ, ਉਹਨਾਂ ਦੇ ਵਿੱਚ ਹੀ ਸੜਦਾ ਰਹਿੰਦਾ ਹੈ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਬਚਨ ਕਰਦੇ ਹਨ। ਤੋ ਮਹਾਂਪੁਰਖਾਂ ਨੇ ਇਹ ਜੋ ਬਚਨਾਂ ਦੇ, ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅਨੇਕਾਂ ਹੀ ਅਰਥ ਕੀਤੇ ਹਨ। ਤੋ ਇਹ ਜਿਹੜੇ ਅਖਰੀ ਅਰਥ ਹਨ, ਇਹਨਾਂ ਨੂੰ ਸਰਵਣ ਕਰਕੇ ਅਤੇ ਇਹ ਨਹੀਂ ਪ੍ਰਤੀਤ ਕਰਨਾ ਕਿ ਇਹਨਾਂ ਦੇ ਇਹੋ ਹੀ ਅਰਥ ਨੇ। ਹੋਰ ਵੀ ਬਹੁਤ ਜ਼ਿਆਦਾ ਅਰਥ ਕੀਤੇ ਨੇ ਮਹਾਂਪੁਰਖਾਂ ਨੇ। ਬੇਅੰਤ ਬਾਣੀ ਹੈ ਤੇ ਗੁਰਬਾਣੀ ਦੇ ਅਰਥ ਵੀ ਬੇਅੰਤ ਹਨ। ਕੁੰਡਲੀਆ ਛੰਦ ਪੁਨ ਕਲ ਜੁਗ ਬੋਲਤ ਪਇਓ, ਜੇ ਤੁਮ ਲਹੋ ਨਾ ਏਹ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਲਯੁਗ ਨੇ ਕਿ ਸਤਿਗੁਰੂ ਜੀਓ, ਜੇ ਇਹ ਵਸਤੂਆਂ ਤੁਸੀਂ ਮਹਿਲ ਮਾੜੀਆਂ, ਹੀਰੇ ਮੋਤੀ ਜਵਾਹਰਾਤ, ਹੀਰੇ ਜੜਤ ਮੰਦਰ ਨਹੀਂ ਲੈਣੇ ਆਪ ਜੀ ਨੇ। ਦੇਵਾ ਗਨ ਸ਼ੁਭ ਲੀਜੀਐ, ਜਿਨੇ ਅਤ ਸੁੰਦਰ ਦੇਹ। ਜਿਹੜੀਆਂ ਅਪਸ਼ਰਾਂ ਨੇ ਨਾ, ਸਭ ਤੋਂ ਉੱਤਮ ਸ੍ਰੇਸ਼ਟ ਜਾਤੀ ਦੀਆਂ ਅਪਸ਼ਰਾਂ, ਉਹ ਲੈ ਲੈਣਾ ਕਰੋ ਜਿਨ੍ਹਾਂ ਦੀਆਂ ਦੇਹਾਂ ਬੜੀਆਂ ਸੁੰਦਰ ਨੇ। ਜਿਨੇ ਅਤ ਸੁੰਦਰ ਦੇਹ ਕਰੋ, ਰਸ ਰੀਤ ਬਿਹਾਰਾ। ਤੋ ਜਿਨ੍ਹਾਂ ਦੇ ਤਾਨ ਬਹੁਤ ਜ਼ਿਆਦਾ ਸੁੰਦਰ ਨੇ ਤੇ ਉਹਨਾਂ ਦੇ ਨਾਲ ਬੈਠ ਕੇ ਆਨੰਦ ਕੌਤਕ ਕਰਨਾ ਕਰੋ ਜੀ। ਸੁੰਦਰ ਜਹੇ ਪਰਿਅੰਕ, ਲਾਲ ਜੜਤੀ ਜਿਨ ਚਾਰਾ। ਹਾਂਜੀ, ਸੋਹਣੇ ਸੋਹਣੇ ਪਲੰਗ ਤੇ ਹਾਥੀ ਦੇ ਦੰਦ ਦੇ ਬਣੇ ਹੋਏ ਪਲੰਗ, ਤੇ ਫਿਰ ਜਿਨ੍ਹਾਂ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਜੜੇ ਹੋਣ, ਉਹ ਲੈ ਲੈਣਾ ਕਰੋ ਜੀ। ਕਿਤਕ ਕਾਲ ਤਿਨ ਮਹਿ ਰਹੋ, ਲੇਹੁ ਭੇਟ ਗੁਣ ਖਾਨ। ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਦੇ ਵਿੱਚ ਆਨੰਦ ਕੌਤਕ ਕਰੋ ਜੀ,
ਤੇ ਇਹ ਮੇਰੀ ਭੇਟਾ ਪ੍ਰਵਾਨ ਕਰ ਲਿਓ ਸਤਿਗੁਰੂ ਜੀਓ। ਸੋਨ ਸ਼੍ਰੀ ਨਾਨਕ ਜੀ ਤਬਹੇ ਕੀਨੇ ਬਚਨ ਬਖਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੀ ਬੇਨਤੀ ਸੁਣ ਕੇ ਤੇ ਆਪਣੇ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ। ਧਰਤੀ ਤਾਂ ਹੀਰੇ ਲਾਲ ਜੜਤੀ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਕਲਯੁਗ ਤੂੰ ਤਾਂ ਮਹਿਲ ਮਾੜੀਆਂ ਤੇ ਪਲੰਘਾਂ ਦੀ ਗੱਲ ਕਰਦਾ ਹੈ, ਭਾਵੇਂ ਧਰਤੀ ਵੀ ਹੀਰੇ ਲਾਲਾਂ ਦੇ ਨਾਲ ਜੜੀ ਹੋਵੇ। ਪਲਗ ਲਾਲ ਜੜਾਓ। ਤੋ ਧਰਤੀ ਦੇ ਉੱਪਰ ਜਿਹੜਾ ਫਰਸ਼ ਹੈ ਨਾ ਉਹ ਵੀ ਹੀਰੇ ਲਾਲਾਂ ਦੇ ਨਾਲ ਜੜਿਆ ਹੋਵੇ ਤੇ ਹਾਥੀ ਦੇ ਦੰਦਾਂ ਦਾ ਪਲੰਗ ਜਾਂ ਹੀਰੇ ਮੋਤੀਆਂ ਨੂੰ ਜੜ ਕੇ ਹੀਰੇ ਮੋਤੀਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਹੀ ਪਲੰਗ ਤਿਆਰ ਕੀਤਾ ਹੋਵੇ। ਮੋਹਣੀ ਮੁਖ ਮਣੀ ਸੋ ਹੈ। ਦੁੱਧ ਚਿੱਟੀਆਂ ਸੇਜਾਂ ਹੋਣ ਤੇ ਫਿਰ ਸੋਹਣੇ ਮੁਖ ਵਾਲੀਆਂ ਜੋ ਅਪਸ਼ਰਾਂ ਹੋਣ, ਜਿਵੇਂ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਪਲੰਗ ਹੋਣ, ਤੇ ਇਸੇ ਹੀ ਤਰ੍ਹਾਂ ਜੋ ਸੋਹਣੇ ਮੁਖ ਵਾਲੀਆਂ ਸੁੰਦਰ ਅਪਸ਼ਰਾਂ ਹੋਣ ਤੋ ਆਨੰਦ ਭੋਗਣ ਵਾਸਤੇ ਫਿਰ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਵੇਂ ਮਣੀਆਂ ਬਹੁਤ ਜ਼ਿਆਦਾ ਪ੍ਰਤਾਪ ਵਾਲੀਆਂ ਹੁੰਦੀਆਂ ਨੇ, ਹੀਰੇ ਮੋਤੀ ਜਵਾਹਰਾਤ ਲਾਲ ਪੰਨਾ ਪੁਖਰਾਜ ਇਹ ਬੜੇ ਪ੍ਰਤਾਪ ਵਾਲੇ ਹੁੰਦੇ ਹਨ, ਜਗਮਗ ਕਰਦੇ ਹਨ। ਇਸੇ ਤਰ੍ਹਾਂ ਦੇ ਮੁਖ ਵਾਲੀਆਂ ਮੋਹਣੀਆਂ ਸੁੰਦਰ ਇਸਤਰੀਆਂ ਹੋਣ, ਕਰੇ ਰੰਗ ਪਸਾਓ। ਅਤੇ ਅਨੇਕਾਂ ਹੀ ਰੰਗ ਆਨੰਦ ਪਸਾਓ ਕੌਤਕ ਕੀਤੇ ਜਾਣ। ਮਤ ਦੇਖ ਭੂਲਾ ਵੀਸਰੈ। ਪਰਮਾਤਮਾ ਵਾਹਿਗੁਰੂ ਜੀਓ ਮਤਾਂ ਐਸੇ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਅਤੇ ਸੁੰਦਰ ਮਹਿਲ ਮਾੜੀਆਂ ਅਤੇ ਹੀਰੇ ਮੋਤੀ ਜਵਾਹਰਾਤ ਜੜਤ ਪਲੰਗ ਅਤੇ ਦੁੱਧ ਚਿੱਟੀਆਂ ਸੇਜਾਂ, ਇਹਨਾਂ ਐਸੇ ਪਦਾਰਥਾਂ ਨੂੰ ਐਸੇ ਸੁੱਖਾਂ ਨੂੰ ਦੇਖ ਕੇ ਮਤਾਂ ਮੈਂ ਪਰਮਾਤਮਾ ਵਾਹਿਗੁਰੂ ਜੀਓ ਆਪ ਜੀ ਦੇ ਨਾਮ ਨੂੰ ਭੁੱਲ ਜਾਵਾਂ ਤੇ ਆਪ ਜੀ ਦਾ ਨਾਮ ਮੈਨੂੰ ਜ਼ਿੰਦਗੀ ਭਰ ਚੇਤੇ ਹੀ ਨਾ ਆਵੇ। ਤੇਰਾ ਚਿਤ ਨਾ ਆਵੈ ਨਾਓ। ਪਰਮਾਤਮਾ ਵਾਹਿਗੁਰੂ ਜੀ ਆਪ ਜੀ ਦਾ ਨਾਮ ਮੈਨੂੰ ਚੇਤੇ ਨਾ ਆਵੇ, ਭੁੱਲ ਜਾਵੇ। ਇਹ ਮੈਂ ਐਸੀਆਂ ਜਿਹੜੀਆਂ ਵਸਤੂਆਂ ਹੈ ਨਾ ਉਹ ਨਹੀਂ ਚਾਹੁੰਦਾ ਕਦੇ ਵਾਸਤੇ। ਕੁੰਡਲੀਆ ਛੰਦ ਕਲ ਜੁਗ ਬਹੁਰੋ ਬੋਲਿਓ ਇਨਕੀ ਚਾਹ ਜੇ ਨਾ ਹੈ। ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਜੀਓ ਜੇ ਇਹਨਾਂ ਵਸਤੂਆਂ ਦੀ ਵੀ ਤੁਹਾਡੇ ਮਨ ਦੇ ਵਿੱਚ ਇੱਛਾ ਨਹੀਂ ਹੈ, ਇਹ ਵੀ ਨਹੀਂ ਪ੍ਰਾਪਤ ਕਰਨਾ ਚਾਹੁੰਦੇ, ਇਹ ਵੀ ਨਹੀਂ ਭੇਟਾ ਤੁਸੀਂ ਮੇਰੀ ਪ੍ਰਵਾਨ ਕਰਨਾ ਚਾਹੁੰਦੇ। ਨਵ ਨਿਦਾ ਤੁਮ ਲੀਜੀਐ ਸਿੱਧ 18 ਚਾਹੇ। 9 ਨਿਧੀਆਂ ਨੇ ਨਾ ਜਿਹੜੀਆਂ ਉਹ ਲੈ ਲੈਣਾ ਕਰੋ। 9 ਨਿਧੀਆਂ ਇਹ ਆ ਕਿ ਥੋੜਾ ਜਿਹਾ ਕੋਈ ਭੋਜਨ ਲੈ ਕੇ, ਸ਼ੇਰ ਕੋ ਭੋਜਨ ਲੈ ਕੇ ਤੇ ਉਹ ਅਨੇਕਾਂ ਦੇ ਵਿੱਚ ਵਰਤਾ ਦੇਣਾ, ਫੇਰ ਵੀ ਉਹ ਖਤਮ ਨਾ ਹੋਵੇ। ਉਹਨੂੰ ਨਿਧੀਆਂ ਕਹਿੰਦੇ ਨੇ, ਰਿੱਧੀਆਂ ਸਿੱਧੀਆਂ ਨਿਧੀਆਂ ਇਤ ਆਦਿਕ। ਜੋ ਹਾਂਜੀ ਕਿਹੜੀ ਪੰਕਤੀ ਸੀ? ਨਵ ਨਿਦਾ ਤੁਮ ਲੀਜੀਐ ਸਿੱਧ 18 ਚਾਹੇ। 9 ਨਿਧੀਆਂ ਤੇ 18 ਸਿੱਧੀਆਂ ਲੈ ਲੈਣਾ ਕਰੋ ਜੀ। ਸਿੱਧ 18 ਚਾਹੇ ਗੁਪਤ। ਸਿੱਧ 18 ਚਾਹੇ ਗੁਪਤ ਪ੍ਰਗਟ ਸੋ ਕਾਰਨ। ਹਾਂਜੀ ਜਿਹੜੀਆਂ 18 ਸਿੱਧੀਆਂ ਨੇ ਨਾ, 9 ਨਿਧੀਆਂ ਤੇ 18 ਸਿੱਧੀਆਂ, ਇਹਨਾਂ ਨੂੰ ਪ੍ਰਾਪਤ ਕਰਕੇ ਭਾਵੇਂ ਗੁਪਤ ਹੋ ਕੇ ਬੈਠੋ ਭਾਵੇਂ ਪ੍ਰਗਟ ਹੋ ਕੇ ਬੈਠੋ ਤੇ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ। ਜਿੱਥੇ ਤੁਹਾਡੀ ਇੱਛਾ ਹੋਵੇਗੀ ਨਾ, ਇੱਕ ਜਗ੍ਹਾ ਤੋਂ ਗੁਪਤ ਹੋ ਕੇ ਤੇ ਦੂਜੀ ਜਗ੍ਹਾ ਤੇ ਜਾ ਕੇ ਪ੍ਰਗਟ ਹੋ ਸਕਦੇ ਹੋ। ਜਿਹ ਚਾਹੋ ਤਹ ਫਿਰੋ ਸੁਖੀ ਤੁਮਕੋ ਹਟਕਾਰ ਨਾ ਕੋਈ ਤੁਹਾਨੂੰ ਕੋਈ ਵੀ ਹਟਾ ਨਹੀਂ ਸਕਦਾ। ਜਿੱਥੇ ਵੀ ਤੁਸੀਂ ਚਾਹੋਗੇ ਉੱਥੇ ਚਲੇ ਜਾਓ ਤੇ ਇੱਕ ਥਾਂ ਤੋਂ ਅਲੋਪ ਹੋ ਕੇ ਦੂਜੀ ਥਾਂ ਤੇ ਪ੍ਰਗਟ ਹੋ ਜਾਵੋ। ਸਰਬ ਲੋਕ ਤੁਮ ਤੇ ਡਰੈ ਪੂਜਹਿ ਪਦ ਚਿਤ ਲਾਏ। ਸਾਰੇ ਲੋਕ ਤੁਹਾਡੇ ਕੋਲੋਂ ਡਰਨਗੇ ਜਦੋਂ ਰਿੱਧੀਆਂ ਸਿੱਧੀਆਂ ਸਾਰੀਆਂ ਤਾਕਤਾਂ ਤੁਹਾਡੇ ਪਾਸ ਹੋਣਗੀਆਂ ਨਾ, ਤੇ ਫਿਰ ਸਾਰੇ ਲੋਕ ਤੁਹਾਡੇ ਤੋਂ ਡਰਨਗੇ। ਭੇਟ ਲੇਹੋ ਮਮ ਦਿਸ਼ਾ ਤੇ ਸੁਨ ਬੋਲੇ ਗਤ ਦਾਏ। ਮੁਕਤੀ ਦਾਤੇ ਸਤਿਗੁਰੂ ਜੀ ਕਹਿਣ ਲੱਗੇ, ਇਸ ਮੁਕਤੀ ਦਾਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਲਯੁਗ ਨੇ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ,
ਇਹ ਸਾਰੀਆਂ ਭੇਟਾਵਾਂ ਮੇਰੇ ਪਾਸੋਂ ਲੈ ਲੈਣਾ ਕਰੋ ਜੀ। ਸਿੱਧ ਹੋਵਾ ਸਿੱਧ ਲਾਈ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਮੈਂ ਸਿੱਧ ਬਣ ਕੇ ਬੈਠ ਜਾਵਾਂ। ਹਰੇਕ ਪ੍ਰਕਾਰ ਰਿੱਧੀਆਂ ਸਿੱਧੀਆਂ ਮੇਰੇ ਪਾਸ ਹੋਣ। ਸਿੱਧ ਹੋਵਾ ਸਿੱਧ ਲਾਈ ਤੋ ਸਿੱਧੀਆਂ ਬਹੁਤੀਆਂ ਜ਼ਿਆਦੀਆਂ ਪ੍ਰਸਿੱਧੀਆਂ ਪ੍ਰਾਪਤ ਕਰਕੇ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਬੈਠ ਜਾਣਾ ਕਰਾਂ। ਰਿੱਧ ਆਖਾ ਆਓ। ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਉਹਨਾਂ ਨੂੰ ਕਹਾ ਕਿ ਮੇਰੇ ਪਾਸ ਆ ਜਾਣਾ ਕਰੋ। ਗੁਪਤ ਪ੍ਰਗਟ ਹੋਏ ਬੈਸਾ। ਕਦੇ ਗੁਪਤ ਹੋ ਜਾਵਾਂ, ਕਦੇ ਪ੍ਰਗਟ ਹੋ ਜਾਵਾਂ। ਇੱਕ ਜਗ੍ਹਾ ਤੋਂ ਗੁਪਤ ਹੋ ਕੇ ਤੇ ਦੂਜੀ ਜਗ੍ਹਾ ਤੇ ਜਾ ਕੇ ਪ੍ਰਗਟ ਹੋ ਜਾਵਾਂ ਉਸੇ ਹੀ ਵੇਲੇ। ਤੋਂ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ। ਲੋਕ ਵੀ ਬਹੁਤਾ ਜ਼ਿਆਦਾ ਪ੍ਰੇਮ ਰੱਖਦੇ ਹੋਣ ਕਿ ਇਹਦੇ ਪਾਸ ਬਹੁਤੀਆਂ ਜ਼ਿਆਦੀਆਂ ਤਾਕਤਾਂ ਨੇ, ਸ਼ਕਤੀਆਂ ਨੇ। ਮਤ ਦੇਖ ਭੂਲਾ ਵੀਸਰੈ। ਤੋ ਮਤਾਂ ਐਸੀਆਂ ਰਿੱਧੀਆਂ ਸਿੱਧੀਆਂ ਨੂੰ ਦੇਖ ਕੇ ਮੈਂ ਆਪਣੇ ਉੱਪਰ ਹੰਕਾਰ ਕਰਾਂ, ਅਭਿਮਾਨ ਕਰਾਂ ਤੇ ਆਪ ਜੀ ਦੇ ਨਾਮ ਨੂੰ ਭੁੱਲ ਜਾਵਾਂ, ਆਪਣੀ ਪੂਜਾ ਕਰਾਉਣ ਲੱਗ ਪਵਾਂ। ਇਹ ਨਾ ਹੋਵੇ ਕਿ ਪ੍ਰਮਾਤਮਾ ਵਾਹਿਗੁਰੂ ਜੀਓ ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਮਤਾਂ ਤੇਰੇ ਨਾਮ ਨੂੰ ਭੁੱਲ ਜਾਵਾਂ ਅਤੇ ਤੋ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਮੈਂ ਭੁਲਾ ਕੇ ਤੋ ਕਲਯੁਗੀ ਜੀਵਾਂ ਦੇ ਵਿੱਚ ਹੀ ਮਿਲ ਜਾਵਾਂ। ਐਸੀ ਹਾਲਤ ਨਾ ਹੋਵੇ ਮੇਰੀ। ਤੇਰਾ ਚਿਤ ਨਾ ਆਵੈ ਨਾਓ। ਪ੍ਰਮਾਤਮਾ ਵਾਹਿਗੁਰੂ ਜੀਓ ਆਪ ਜੀ ਦਾ ਨਾਮ ਮੈਨੂੰ ਚੇਤੇ ਹੀ ਨਾ ਆਵੇ। ਕੁੰਡਲੀਆ ਛੰਦ ਕਲ ਜੁਗ ਬਚਨਾ ਪੁਨ ਪਨੇ ਜਗ ਪਾਤਸ਼ਾਹੀ ਲੇਹ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਮਤਾਂ ਕਿਤੇ ਮੈਂ ਇਹਨਾਂ ਸਾਰੀਆਂ ਰਿੱਧੀਆਂ ਸਿੱਧੀਆਂ ਜਾਂ ਸੁਖਦਾਇਕ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਪ੍ਰਾਪਤ ਕਰਕੇ ਭੁੱਲ ਜਾਵਾਂ ਤੇ ਪ੍ਰਮਾਤਮਾ ਦਾ ਨਾਮ ਚੇਤੇ ਨਾ ਆਵੇ। ਇਸ ਕਰਕੇ ਮੈਂ ਇਹ ਵਸਤੂਆਂ ਨਹੀਂ ਚਾਹੁੰਦਾ। ਤੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੀ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਨੂੰ ਹੀ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੁੰਦਾ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਲਯੁਗ ਨੇ ਫੇਰ ਕਲਯੁਗ ਬਚਨਾ ਪੁਨ ਪਨੇ ਜਗ ਪਾਤਸ਼ਾਹੀ ਲੇਹ। ਕਲਯੁਗ ਨੇ ਫੇਰ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਜੇ ਇਹ ਵਸਤੂਆਂ ਨਹੀਂ ਲੈਣੀਆਂ ਤੇ ਫਿਰ ਜਗਤ ਦੀ ਪਾਤਸ਼ਾਹੀ ਲੈ ਲੈਣਾ ਕਰੋ ਜੀ। ਹੁਕਮ ਕਰਾਓ ਔਰ ਭਾਵ ਤੇ ਚਰਨ ਤਖਤ ਪਰ ਦੇਹੋ। ਤੋ ਆਪਣੇ ਚਰਨ ਤਖਤ ਦੇ ਉੱਪਰ ਟਿਕਾਓ ਤੇ ਮਨ ਭਾਉਂਦੇ ਹੁਕਮ ਕਰੋ, ਫਿਰ ਜਗਤ ਦੀ ਪਾਤਸ਼ਾਹੀ ਲੈ ਲੈਣਾ ਕਰੋ ਜੀ। ਚਰਨ ਤਖਤ ਪਰ ਦੇਹੋ ਜਗਤ ਮਨਹਿ ਸਭ ਆਨਾ। ਜਦੋਂ ਤੁਸੀਂ ਤਖਤ ਦੇ ਉੱਪਰ ਬੈਠੋਗੇ ਨਾ, ਉੱਚੇ ਸਥਾਨ ਦੇ ਉੱਪਰ ਬੈਠੋਗੇ, ਪਾਤਸ਼ਾਹੀ ਤਖਤ ਦੇ ਉੱਪਰ ਬੈਠੋਗੇ ਤੇ ਜਗਤ ਦੇ ਲੋਕ ਤੁਹਾਡੀ ਈਨ ਮੰਨਣਗੇ, ਫਿਰ ਤੁਹਾਡੇ ਹੁਕਮ ਦੇ ਵਿੱਚ ਚੱਲਣਗੇ ਸਦਾ ਵਾਸਤੇ। ਸੈਨਾ ਸੰਗ ਅਨੰਤ ਕਰਹੋ ਪ੍ਰਤਾਪ ਮਹਾਨਾ। ਤੁਹਾਡੇ ਨਾਲ ਬਹੁਤ ਜ਼ਿਆਦੀ ਸੈਨਾ ਹੋਵੇਗੀ ਤੇ ਪ੍ਰਤਾਪ ਵੀ ਬਹੁਤਾ ਜ਼ਿਆਦਾ ਹੋਵੇਗਾ। ਫੇਰ ਲੇਹ ਉਪਾਇਨ ਇਹ ਅਬੈ ਕਰਹੋ ਕ੍ਰਿਤਾਰਥ ਨਾਥ। ਇਹ ਮਾਲਕ ਸਤਿਗੁਰੂ ਜੀ ਇਹ ਭੇਟਾਵਾਂ ਮੇਰੇ ਪਾਸੋਂ ਲੈ ਲਓ, ਪ੍ਰਵਾਨ ਕਰੋ ਤੇ ਮੈਨੂੰ ਕਿਰਤਾਰਥ ਕਰੋ ਜੀ। ਇਹ ਸਾਰੀਆਂ ਵਸਤੂਆਂ ਸਫਲੀਆਂ ਕਰ ਦਿਓ ਪਾਤਸ਼ਾਹੀ ਪ੍ਰਾਪਤ ਕਰਕੇ। ਤੇ ਇਹ ਜਿਹੜਾ ਮੇਰੀਆਂ ਕੀਤੀਆਂ ਹੋਈਆਂ ਭੇਟਾਵਾਂ ਨੇ ਇਹ ਪ੍ਰਵਾਨ ਕਰੋ ਜੀ ਕਿਰਪਾ ਕਰਕੇ। ਸ਼ਬਦ ਭੋਗ ਪੌੜੀ ਕਹੀ ਗੁਰ ਕਲ ਜੁਗ ਕੇ ਸਾਥ। ਕਲਯੁਗ ਨੂੰ ਉਪਦੇਸ਼ ਦੇਣ ਵਾਸਤੇ, ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇਣ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਦੀ ਅਖੀਰਲੀ ਪੌੜੀ ਕਹੀ ਹੈ ਭੋਗ ਪਾਉਣ ਲੱਗਿਆਂ। ਸੁਲਤਾਨ ਹੋਵਾ ਮੇਲ ਲਸਕਰ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਮਹਾਰਾਜਾ ਨਹੀਂ, ਸੁਲਤਾਨ ਹੋ ਜਾਵਾਂ ਮੈਂ। ਸੁਲਤਾਨ ਵੱਡਾ ਬਾਦਸ਼ਾਹ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ ਕਿ ਸੁਲਤਾਨ ਬਣ ਕੇ, ਰਾਜਾ ਮਹਾਰਾਜਾ ਬਣ ਕੇ ਬੈਠ ਜਾਵਾਂ। ਸੁਲਤਾਨ ਹੋਵਾਂ ਮੇਲ ਲਸ਼ਕਰ, ਬਹੁਤੀਆਂ ਜ਼ਿਆਦੀਆਂ ਫੌਜਾਂ ਵੀ ਮੇਲ ਲਵਾਂ, ਜੋੜ ਲਵਾਂ। ਭਾਵ ਕਿ 4 ਪ੍ਰਕਾਰ ਦੀ ਸੈਨਾ, ਘੋੜਿਆਂ ਦੇ ਅਸਵਾਰ, ਹਾਥੀਆਂ ਤੇ ਅਸਵਾਰ, ਰਥਾਂ ਤੇ ਅਸਵਾਰ ਤੇ ਪੈਦਲ ਸੈਨਾ। ਇਹ ਜੋ 4 ਪ੍ਰਕਾਰ ਦੀ ਸੈਨਾ ਪਹਿਲਾਂ ਹੋਇਆ ਕਰਦੀ ਸੀ,
ਅੱਜ ਦੇ ਸਮੇਂ ਜਲ ਸੈਨਾ, ਥਲ ਸੈਨਾ ਅਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਸੈਨਾ ਹੈ। ਅਤੇ ਜੋ ਇੰਡੀਆ ਵਾਲਿਆਂ ਨੇ ਬਾਂਦਰ ਸੈਨਾ ਵੀ ਬਣਾਈ ਹੋਈ ਹੈ। ਤਖਤ ਰਾਖਾ ਪਾਓ, ਤਖਤ ਦੇ ਉੱਪਰ ਪੈਰ ਰੱਖ ਲੈਣਾ ਕਰਾਂ। ਇਹ ਜੋ ਰਾਜਾ ਬਣ ਕੇ, ਸੁਲਤਾਨ ਬਣ ਕੇ ਅਤੇ ਬਾਦਸ਼ਾਹ ਬਣ ਕੇ ਸੈਨਾ ਵੀ ਬਹੁਤੀ ਜ਼ਿਆਦਾ ਇਕੱਠੀ ਕਰ ਲਵਾਂ ਅਤੇ ਫਿਰ ਤਖਤ ਦੇ ਉੱਪਰ ਪੈਰ ਰੱਖਾਂ ਅਤੇ ਬਹੁਤ ਜ਼ਿਆਦਾ ਖੁਸ਼ੀ ਦੇ ਸਹਿਤ ਹੋਵਾਂ। ਤਖਤ ਦੇ ਉੱਪਰ ਬੈਠ ਕੇ ਹੁਕਮ ਕਰਕੇ ਹੁਕਮ ਹਾਸਲ ਕਰੀ ਬੈਠਾ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜੇ ਕੋਈ ਇਹ ਸਭ ਕੁਝ ਪ੍ਰਾਪਤ ਕਰਕੇ ਤੇ ਹੁਕਮ ਹਾਸਲ ਵੀ ਕਰ ਲਵੇ। ਕਹਿਣ ਤੋਂ ਭਾਵ ਕਿ ਸਾਰੇ ਥਾਵਾਂ ਦੇ ਉੱਤੇ ਉਹਦਾ ਹੁਕਮ ਚੱਲਦਾ ਹੋਵੇ। ਸਤਿਗੁਰੂ ਜੀ ਨੇ ਤਾਂ ਇਹ ਵੀ ਜਪਜੀ ਸਾਹਿਬ ਜੀ ਦੇ ਵਿੱਚ ਬਚਨ ਕੀਤੇ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਜਿਹੜੀ ਉਮਰ ਹੈ ਇਹ ਚਾਰੇ ਯੁਗਾਂ ਜਿੰਨੀ ਲੰਬੀ ਹੋ ਜਾਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਚਾਰੇ ਯੁਗਾਂ ਤੋਂ ਵੀ 10 ਗੁਣਾ ਵੱਧ ਉਮਰ ਲੰਬੀ ਹੋ ਜਾਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਕੀ ਇੱਕ ਸ਼ਹਿਰ ਦੀ, ਕੀ ਇੱਕ ਦੇਸ਼ ਦੀ ਅਤੇ ਕੁਝ ਦੇਸ਼ਾਂ ਦੀ ਬਾਦਸ਼ਾਹੀ ਪ੍ਰਾਪਤ ਕਰਨ ਵਾਲੀ ਗੱਲ ਤਾਂ ਕੀ ਹੈ ਜੋ 9 ਖੰਡਾਂ ਦੇ ਵਿੱਚ ਜਾਣਿਆ ਜਾਵੇ। 9 ਖੰਡਾਂ ਦੇ ਵਿੱਚ ਹੁਕਮ ਚੱਲੇ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਅਤੇ ਜਦੋਂ ਰਾਜਾ ਮਹਾਰਾਜਾ ਉੱਠ ਕੇ ਚੱਲੇ, ਸਾਰੀ ਦੁਨੀਆ ਨਾਲ ਤੁਰ ਪਵੇ। ਤੋ ਕਹਿਣ ਤੋਂ ਭਾਵ ਕਿ ਦੁਨੀਆ ਦੇ ਲੋਕ ਬਚਨ ਮੰਨਣ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਆਪਣਾ ਨਾਮ ਵੀ ਚੰਗਾ ਸੋਹਣਾ ਰਖਾ ਲਵੇ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਮੋਟਾ ਨਾਉ ਧਰਾਈ ਹੈ ਗਲ ਔਗਣ ਭਾਰੇ। ਮੋਟਾ ਨਾਮ, ਵੱਡਾ ਨਾਮ ਰਖਾ ਕੇ ਤੇ ਜੋ ਅਨੇਕਾਂ ਤਰ੍ਹਾਂ ਦੇ ਹੁਕਮ ਕਰੇ ਜੀਵ, ਪਰ ਹੋਵੇ ਔਗਣਾਂ ਦੇ ਸਹਿਤ। ਤੋ ਇਸੇ ਹੀ ਤਰ੍ਹਾਂ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਅਖੀਰ ਦੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਜੇ ਪ੍ਰਮਾਤਮਾ ਦੀ ਨਿਗਾਹ ਦੇ ਵਿੱਚੋਂ ਡਿੱਗ ਪਿਆ, ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਨਹੀਂ ਆਇਆ ਜੀਵ, ਕਿਉਂਕਿ ਪ੍ਰਮਾਤਮਾ ਦੀ ਬੰਦਗੀ ਕਰਨ ਕਰਕੇ, ਉਹਦਾ ਨਾਮ ਧਿਆਉਣ ਕਰਕੇ, ਸ੍ਰੇਸ਼ਟ ਕਰਮ ਕਰਕੇ ਹੀ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਆਵੇਗਾ ਨਾ। ਅਤੇ ਜੇ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ, ਉਹ ਪ੍ਰਮਾਤਮਾ ਦੀ ਨਿਗਾਹ ਦੇ ਵਿੱਚੋਂ ਡਿੱਗ ਗਿਆ ਤਾਂ ਵਾਤ ਨਾ ਪੁੱਛੈ ਕਿ, ਕਿਸੇ ਨੇ ਵਾਤ ਨਹੀਂ ਪੁੱਛਣੀ। ਇੰਨਾ ਕੁਝ ਹੁੰਦਿਆਂ ਹੋਇਆਂ 9 ਖੰਡਾਂ ਦੇ ਉੱਤੇ ਭਾਵੇਂ ਰਾਜ ਕਰਦਾ ਹੋਵੇ, ਪਰ ਜੇ ਪ੍ਰਮਾਤਮਾ ਨੂੰ ਭੁਲਾ ਦਿੱਤਾ, ਕਿਸੇ ਨੇ ਬਾਤ ਨਹੀਂ ਪੁੱਛਣੀ। ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕੀਤੇ, ਨਾਨਕਾ ਸਭ ਵਾਓ। ਸਤਿਗੁਰੂ ਜੀ ਬਚਨ ਕਰਦੇ ਪ੍ਰਮਾਤਮਾ ਦਾ ਨਾਮ ਭੁਲਾ ਦਿੱਤਾ ਹਿਰਦੇ ਦੇ ਵਿੱਚੋਂ, ਤੇ ਸਭ ਕੁਝ ਐਵੇਂ ਹਵਾ ਦੇ ਵਿੱਚ ਹੀ ਗੱਲਾਂ ਕਰਨੀਆਂ ਨੇ। ਐਵੇਂ ਸਭ ਕੁਝ ਹਵਾ ਦੇ ਵਿੱਚ ਹੀ ਹੈ। ਜੋ ਕੁਝ ਪ੍ਰਾਪਤ ਕਰ ਲਿਆ ਸੰਸਾਰਕ ਤੌਰ 'ਤੇ, ਜੇ ਪਰਮਾਰਥਕ ਤੌਰ 'ਤੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਸ੍ਰੇਸ਼ਟ ਕਰਮ ਨਹੀਂ ਕੀਤੇ, ਤੇ ਸਭ ਕੁਝ ਇਹ ਹਵਾ ਦੀ ਤਰ੍ਹਾਂ ਹੀ ਜਾਣ ਲੈਣਾ ਕਰੋ। ਮਤ ਦੇਖ ਭੂਲਾ ਵਿਸਰੇ। ਇਹ ਸਾਰੇ ਸੁੱਖ ਜਿੰਨੇ ਉੱਪਰ ਸ਼ਬਦ ਦੇ ਵਿੱਚ ਆਏ ਨੇ ਨਾ, ਇਹਨਾਂ ਸਾਰੇ ਸੁੱਖਾਂ ਨੂੰ ਦੇਖ ਕੇ ਮਤਾ ਪ੍ਰਮਾਤਮਾ ਤੈਨੂੰ ਮੈਂ ਭੁੱਲ ਨਾ ਜਾਵਾਂ, ਤੇਰੇ ਨਾਮ ਨੂੰ ਭੁੱਲ ਨਾ ਜਾਵਾਂ, ਤੇ ਐਸਾ ਭੁੱਲਾਂ ਕਿ ਤੇਰਾ ਨਾਮ ਚੇਤੇ ਹੀ ਨਾ ਆਵੇ। ਇਹ ਮੇਰੇ ਉੱਪਰ ਕਿਰਪਾ ਕਰੋ ਜੀ। ਆਪ ਜੀ ਦਾ ਨਾਮ ਨਾ ਮੇਰੇ ਹਿਰਦੇ ਦੇ ਵਿੱਚੋਂ ਭੁੱਲੇ। ਇਹ ਸਦਾ ਵਾਸਤੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ ਜੀ। ਅਤੇ ਕਲਯੁਗ ਭਾਵ ਕਿ ਅਖੀਰ ਵਾਲਾ ਜਿਹੜਾ ਸਮਾਂ ਹੈ ਨਾ, ਉਹ ਵੀ ਮੈਨੂੰ ਯਾਦ ਰਹੇ ਕਿ ਸਦਾ ਵਾਸਤੇ ਮੈਂ ਦੁਨੀਆ ਦੇ ਉੱਪਰ ਨਹੀਂ ਰਹਿਣਾ। ਕਿਸੇ ਨਾ ਕਿਸੇ ਦਿਨ ਇੱਕ ਛਿਣ ਮਾਤਰ ਦੇ ਵਿੱਚ ਇੱਥੋਂ ਉੱਠ ਕੇ ਚਲੇ ਜਾਣਾ ਹੈ। ਤੇਰਾ ਚਿਤ ਨਾ ਆਵੇ ਨਾਉ। ਤੇਰਾ ਨਾਮ ਮੈਨੂੰ ਚੇਤੇ ਹੀ ਨਾ ਆਵੇ। ਇਹ ਸਾਰੇ ਸੁੱਖਾਂ ਨੂੰ ਪ੍ਰਾਪਤ ਕਰਕੇ ਕਿਤੇ ਪ੍ਰਮਾਤਮਾ ਮੈਂ ਭੁੱਲ ਨਾ ਜਾਵਾਂ, ਤੇਰਾ ਆਪ ਜੀ ਦਾ ਨਾਮ ਮੈਨੂੰ ਚੇਤੇ ਨਾ ਆਵੇ, ਮੈਂ ਭੁੱਲ ਹੀ ਜਾਵਾਂ, ਐਸਾ ਨਾ ਕਿਤੇ ਹੋਵੇ। ਬਸ ਇਹੋ ਹੀ ਕਿਰਪਾ ਕਰੋ ਕਿ ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ।
ਇਹ ਸੂਖਮ ਰੂਪ ਦੇ ਵਿੱਚ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ। ਚੌਪਈ ਪੁੰਨ ਕਲ ਬੋਲਿਓ ਹੋਏ ਕਰ ਦੀਨਾ। ਬਹੁਤਾ ਜ਼ਿਆਦਾ ਅਧੀਨਤਾ ਦੇ ਸਹਿਤ ਹੋ ਕੇ ਕਲਯੁਗ ਬੇਨਤੀ ਕਰਨ ਲੱਗਾ। ਸੁਨੋ ਗੁਰੂ ਸਭ ਵਿਖੇ ਪ੍ਰਬੀਨਾ। ਇਹ ਸਤਿਗੁਰੂ ਜੀ ਆਪ ਸਾਰੇ ਗੁਣਾਂ ਦੇ ਵਿੱਚ ਪ੍ਰਬੀਨ ਹੋ, ਮੇਰੀਆਂ ਜਿਹੜੀਆਂ ਚਲਾਕੀਆਂ ਨਾ ਪਹਿਲਾਂ ਚੱਲਣ ਦਿੱਤੀਆਂ ਤੇ ਨਾ ਹੁਣ ਚੱਲਣ ਦਿੱਤੀਆਂ, ਆਪ ਜੀ ਨੇ ਸਾਰੇ ਗੁਣਾਂ ਦੇ ਵਿੱਚ ਪ੍ਰਬੀਨ ਹੋ ਆਪ। ਮੇਰੇ ਸਮੇਂ ਵਿਖੇ ਅਵਤਾਰਾ। ਮੇਰੇ ਸਮੇਂ ਦੇ ਵਿੱਚ ਜਿੰਨੇ ਵੀ ਅਵਤਾਰ ਹੋਏ ਨੇ ਪਹਿਲਾਂ, ਨਰਨ ਉਦਾਹਰਨ ਕੋ ਤੁਮ ਧਾਰਾ। ਹਾਂਜੀ, ਜਿੰਨੇ ਵੀ ਅਵਤਾਰ ਹੋਏ ਉਹਨਾਂ ਦੀ ਪ੍ਰੀਖਿਆ ਲਈ ਹੈ। ਆਪ ਜੀ ਨੇ ਵੀ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਜੋ ਅਵਤਾਰ ਲਿਆ ਹੈ ਕਲਯੁਗ ਦੇ ਸਮੇਂ ਦੇ ਵਿੱਚ। ਅਬ ਮੈਂ ਮਿਲਿਓ ਆਏ ਪਦ ਪਾਸਾ। ਆਪ ਜੀ ਦੇ ਚਰਨਾਂ ਕਮਲਾਂ ਪਾਸ ਆਪ ਜੀ ਨੂੰ ਆ ਕੇ ਮਿਲਿਆ ਹਾਂ ਮੈਂ ਹੁਣ। ਮੇਲ ਅਫਲ ਕਿਉਂ ਕਰ ਸੁਖ ਰਾਸਾ। ਹੇ ਸਤਿਗੁਰੂ ਜੀ, ਉਹ ਆਪ ਜੀ ਦੇ ਨਾਲ ਜਿਹੜਾ ਮਿਲਾਪ ਹੋਇਆ ਇਹ ਨਿਸਫਲ ਕਿਉਂ ਜਾਵੇ, ਇਹਨੂੰ ਆਪ ਨਿਸਫਲ ਕਿਉਂ ਕਰ ਰਹੇ ਹੋ? ਭਾਵ ਕਿ ਮੇਰੀ ਭੇਟਾ ਕੋਈ ਵੀ ਪ੍ਰਵਾਨ ਨਹੀਂ ਕੀਤੀ ਆਪ ਜੀ ਨੇ। ਕੋਈ ਨਾ ਭੇਟ ਮੋਹੇ ਤੈ ਲੀਨੀ। ਮੇਰੇ ਪਾਸੋਂ ਕੋਈ ਵੀ ਭੇਟਾ ਨਹੀਂ ਲਈ ਆਪ ਜੀ ਨੇ। ਮਮ ਮਨਸਾ ਨਹਿ ਪੂਰਨ ਕੀਨੀ। ਮੇਰੀ ਜਿਹੜੀ ਮਨਸਾ ਸੀ ਨਾ, ਮਨ ਦੀ ਇੱਛਾ ਸੀ ਨਾ, ਉਹ ਆਪ ਜੀ ਨੇ ਪੂਰੀ ਨਹੀਂ ਕੀਤੀ। ਜੇ ਤੁਮ ਭੇਟ ਲੈ ਹੋ ਮੋਰੀ। ਜੇ ਆਪ ਜੀ ਨੇ ਮੇਰੀ ਭੇਟਾ ਲੈਣੀ ਹੈ ਤੋ ਜਾਨੋ ਕਿਰਪਾ ਭਈ ਤੋਰੀ। ਹੇ ਸਤਿਗੁਰੂ ਜੀਓ, ਜੇ ਕਿਰਪਾ ਕਰਕੇ ਮੇਰੀ ਭੇਟਾ ਪ੍ਰਵਾਨ ਕਰ ਲਓ, ਮੈਨੂੰ ਕਰਤਾਰਥ ਕਰੋ, ਤੇ ਫੇਰ ਮੇਰਾ ਆਇਆ ਹੋਇਆ ਸਫਲਾ ਹੋਵੇਗਾ। ਨਾ ਤੁਰ ਹਰਖ ਨਾ ਹੋਏ ਉਰਮਾਹੀ। ਨਹੀਂ ਤਾਂ ਮੇਰੇ ਹਿਰਦੇ ਦੇ ਵਿੱਚ ਆਨੰਦ ਨਹੀਂ ਹੋਵੇਗਾ, ਖੁਸ਼ ਨਹੀਂ ਹੋਵੇਗਾ ਹਿਰਦਾ ਮੇਰਾ। ਮਨ ਰਾਵਰ ਕੀ ਕਰੁਣਾ ਚਾਹੀ। ਮੈਂ ਆਪਣੇ ਮਨ ਦੇ ਵਿੱਚ ਆਪ ਜੀ ਨੂੰ ਪ੍ਰਸੰਨ ਕਰਨ ਵਾਸਤੇ ਅਤੇ ਆਪ ਜੀ ਦੀ ਕਿਰਪਾ ਦਾ ਪਾਤਰ ਬਣਨ ਵਾਸਤੇ ਆਇਆ ਸੀ। ਅਸ ਆਤੁਰ ਸੁਨ ਕਹਿ ਤੇ ਬੈਨਾ। ਆਪ ਜੀ ਦੇ ਐਸੇ ਜੋ ਬਚਨ ਸੁਣ ਕੇ, ਭਾਵ ਕਿ ਜਿਹੜੇ ਆਪ ਜੀ ਨੇ ਬਚਨ ਕੀਤੇ ਨੇ ਨਾ, ਇਹਨਾਂ ਬਚਨਾਂ ਦੇ ਨਾਲ ਮੇਰਾ ਹਿਰਦਾ ਦੁਖੀ ਹੋਇਆ ਹੈ। ਇਹ ਕਲਯੁਗ ਨੇ ਬੇਨਤੀ ਕੀਤੀ ਹੈ। ਦੁਖੀ ਤੋਂ ਭਾਵ ਇਹ ਹੈ ਕਿ ਸਤਿਗੁਰੂ ਜੀ ਨੇ ਕਲਯੁਗ ਦੀ ਭੇਟਾ ਕੋਈ ਪ੍ਰਵਾਨ ਨਹੀਂ ਕੀਤੀ ਨਾ, ਇਸੇ ਕਰਕੇ ਹੀ ਕਲਯੁਗ ਕਹਿ ਰਿਹਾ ਹੈ। ਕਿਰਪਾ ਧਾਰ ਬੋਲੇ ਗੁਣ ਐਨਾ। ਤੋ ਕਲਯੁਗ ਦੀ ਬੇਨਤੀ ਸੁਣ ਕੇ ਗੁਣਾਂ ਦੇ ਘਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਕਰਨ ਲੱਗੇ। ਭੇਟ ਦੇਣ ਕੀ ਚਾਹ ਜੇ ਤੋਹੀ। ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਤੇਰੀ ਇੱਛਾ ਹੈ ਭੇਟਾ ਦੇਣ ਦੀ, ਇਸ ਪ੍ਰਕਾਰ ਕੀ ਦੀਜੈ ਮੋਹੀ। ਇਸ ਪ੍ਰਕਾਰ ਦੀ ਭੇਟਾ ਦੇਣਾ ਕਰ। ਜੇ ਸਿੱਖ ਹੈ ਮੇਰੇ ਹਿਤਕਾਰੀ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜੇ ਸਾਡੇ ਹਿਤਕਾਰੀ ਸਿੱਖ ਨੇ, ਭਾਵ ਕਿ ਸਾਡੇ ਪ੍ਰੇਮੀ ਸਿੱਖ ਨੇ, ਸਾਡੇ ਨਾਲ ਪ੍ਰੇਮ ਕਰਨ ਵਾਲੇ ਨੇ, ਜਿਹੜੇ ਤਿਨ ਪਰ ਸੈਨ ਨ ਜਾਏ ਤੁਮਾਰੀ। ਤੇਰੀ ਜਿਹੜੀ ਸੈਨਾ ਹੈ ਨਾ, ਝੂਠ ਦੀ ਸੈਨਾ ਹੈ, ਕਾਮ ਕ੍ਰੋਧ ਆਦਿਕ ਵਿਕਾਰ, ਨਿੰਦਿਆ ਚੁਗਲੀ ਈਰਖਾ ਬਖੀਲੀ ਪਖੰਡ ਇਤ ਆਦਿਕ ਜਿਹੜੇ ਕੱਲ ਆਏ ਸਨ, ਸੈਨਾ ਦੱਸੀ ਸੀ ਜਿਹੜੀ ਕਲਯੁਗ ਨੇ। ਸਤਿਗੁਰੂ ਜੀ ਕਹਿੰਦੇ ਤੇਰੀ ਸੈਨਾ ਸਾਡੇ ਸਿੱਖਾਂ ਦੇ ਉੱਪਰ ਨਾ ਚੜ੍ਹਾਈ ਕਰਕੇ ਜਾਵੇ। ਨਾਮ ਦਾਨ ਇਸ਼ਨਾਨ ਜੇ ਸਭ ਹੀ। ਹਾਂਜੀ, ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ, ਇਨ ਤੇ ਨਹੀਂ ਭੁਲਾਵਹੁ ਕਬਹੀ। ਸਾਡੇ ਸਿੱਖਾਂ ਦੇ ਪਾਸੋਂ ਕਦੇ ਵਾਸਤੇ ਵੀ ਇਹ ਨਾ ਭੁਲਾਵੀਂ। ਭਾਵ ਕਿ ਤੇਰੀ ਸੈਨਾ ਸਾਡੇ ਸਿੱਖਾਂ ਦੇ ਉੱਤੇ ਹਮਲਾ ਨਾ ਕਰੇ, ਪ੍ਰਭਾਵ ਨਾ ਪਾਵੇ, ਤੇ ਸਾਡੇ ਸਿੱਖ ਨਾਮ ਜਪਣ ਵਾਲੇ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਵਾਲੇ ਨੇ। ਇਹ ਜਿਹੜੀ ਮਰਿਆਦਾ ਹੈ ਨਾ ਸਾਡੇ ਗੁਰੂ ਘਰ ਦੀ, ਗੁਰੂ ਕੀ ਮਰਿਆਦਾ ਹੈ ਜਿਹੜੀ, ਇਹਦੇ ਤੋਂ ਸਿੱਖ ਕਦੇ ਵਾਸਤੇ ਵੀ ਨਾ ਭੁੱਲਣ। ਤਬ ਛਾਇਆ ਨਹਿ ਬਰਤੇ ਤਿਨ ਕੋ। ਹਾਂਜੀ, ਸਾਡੇ ਜਿਹੜੇ ਗੁਰੂ ਕੇ ਸਿੱਖ ਨਾਮ ਜਪਣ ਵਾਲੇ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਵਾਲੇ, ਨਾਮ ਅਭਿਆਸ ਕਰਨ ਵਾਲੇ, ਸੰਗਤ ਕਰਨ ਵਾਲੇ ਨੇ, ਉਹਨਾਂ ਦੇ ਉੱਪਰ ਤੇਰੀ ਫੌਜ ਦੀ ਛਾਇਆ ਨਾ ਪਵੇ। ਮੋਰ ਬਚਨ ਮੈਂ ਨਿਸ਼ਚਾ ਜਿਨ ਕੋ। ਜਿਨ੍ਹਾਂ ਸਿੱਖਾਂ ਦੇ ਹਿਰਦੇ ਦੇ ਵਿੱਚ ਸਾਡੇ ਬਚਨਾਂ ਦੇ ਉੱਪਰ ਨਿਸ਼ਚਾ ਹੈ, ਪੱਕਾ ਵਿਸ਼ਵਾਸ ਹੈ। ਜੇ ਤੁਮ ਦੇਣਾ ਤਾਂ ਇਹ ਦੀਜੈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜੇ ਤੂੰ ਦੇਣਾ ਹੈ ਨਾ, ਕਲਯੁਗ ਕੁਝ ਅਰਪਣ ਕਰਨਾ ਹੈ, ਭੇਟਾ ਅਰਪਣ ਕਰਨੀ ਹੈ, ਤਾਂ ਇਹ ਸਾਨੂੰ ਦੇਣਾ ਕਰੋ। ਦੇਖੋ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਕਿੰਨਾ ਪਿਆਰ ਕਰਦੇ ਨੇ। ਕਲਯੁਗ ਨੇ ਵਾਰ-ਵਾਰ ਜਦੋਂ ਤਰਲੇ ਲਏ, ਮਿੰਨਤਾਂ ਕੀਤੀਆਂ,
ਤੇ ਫੇਰ ਵੀ ਸਾਡੇ ਵਾਸਤੇ ਹੀ ਜੋ ਕੁਝ ਮੰਗਿਆ ਸਾਡੇ ਵਾਸਤੇ ਹੀ ਭੇਟਾ ਮਨਜ਼ੂਰ ਕੀਤੀ ਹੈ ਕਲਯੁਗ ਦੀ ਸਤਿਗੁਰੂ ਜੀ ਨੇ। ਮਮ ਸੰਗਤ ਕੋ ਦੁਖੀ ਨ ਕੀਜੈ। ਸਤਿਗੁਰੂ ਜੀ ਵਚਨ ਕਰਦੇ ਨੇ ਕਿ ਜੇ ਕੁਝ ਭੇਟਾ ਦੇਣਾ ਚਾਹੁੰਦਾ ਹੈ ਨਾ, ਸਾਨੂੰ ਕੁਝ ਅਰਪਣ ਕਰਨਾ ਹੈ, ਤੇ ਸਾਡੀ ਸੰਗਤ ਨੂੰ ਦੁਖੀ ਨਾ ਕਰੀ ਕਦੇ ਵਾਸਤੇ। ਕਲਯੁਗ ਬੋਲਿਓ ਦੁਆ ਕਰ ਜੋਰੇ। ਦੋਨੇ ਹੱਥ ਜੋੜ ਕੇ ਕਲਯੁਗ ਬੇਨਤੀ ਕਰਨ ਲੱਗਾ ਹੈ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਪਾਸ। ਕਹੋ ਪ੍ਰਭੂ ਤਵ ਚਰਨ ਨੇ ਹੋਰੇ। ਹੇ ਸਤਿਗੁਰੂ ਜੀਓ, ਆਪ ਜੀ ਦੇ ਚਰਨਾਂ ਨੂੰ ਮਨਾਉਂਦਿਆਂ ਹੋਇਆਂ, ਆਪ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਿਆਂ ਹੋਇਆਂ ਮੈਂ ਬੇਨਤੀ ਕਰਦਾ ਹਾਂ। ਆਇਸ ਮੈਂ ਤੁਮਰੀ ਸਿਰ ਧਰਨੀ। ਆਪ ਜੀ ਦੀ ਆਗਿਆ ਮੈਂ ਸਦਾ ਵਾਸਤੇ ਸਿਰ ਮੱਥੇ ਧਰਦਾ ਹਾਂ, ਭਾਵ ਕੇ ਆਪ ਜੀ ਦੀ ਆਗਿਆ ਮੰਨਦਾ ਹਾਂ। ਅਸਨਹਿ ਗਮਤਾ ਮੋਰਨ ਕਰਨੀ। ਹੇ ਸਤਿਗੁਰੂ ਜੀਓ, ਮੇਰੇ ਵਿੱਚ ਇਹ ਗਮਤਾ ਨਹੀਂ ਹੈ, ਇਹ ਤਾਕਤ ਨਹੀਂ ਹੈ ਕਿ ਆਪ ਜੀ ਦੀ ਆਗਿਆ ਨੂੰ ਕਦੇ ਵਾਸਤੇ ਮੈਂ ਮੋੜਾਂ। ਇਹ ਕਦਾਚਿਤ ਵੀ ਮੇਰੇ ਹਿਰਦੇ ਦੇ ਵਿੱਚ ਨਹੀਂ ਹੈ। ਆਪ ਜੀ ਦੀ ਆਗਿਆ ਮੋੜ ਨਹੀਂ ਸਕਦਾ ਕਦੇ ਵਾਸਤੇ। ਦੋਹਰਾ ਏਕ ਓੰਕਾਰ ਆਇਸ ਮੁਝੈ ਸੋ ਤੁਮ ਕਹੂੰ ਸੁਨਾਏ। ਹੇ ਸਤਿਗੁਰੂ ਜੀਓ, ਇੱਕ ਓੰਕਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਜੋ ਆਗਿਆ ਹੈ ਨਾ, ਉਹ ਹੀ ਤੁਸੀਂ ਕਹਿ ਕੇ ਸੁਣਾ ਰਹੇ ਹੋ, ਕਿਉਂਕਿ ਤੁਸੀਂ ਵੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਹੀ ਰੂਪ ਹੋ। ਬੁੱਧ ਸਭਿਨ ਵਿਪਰੀਤ ਕਰ ਦੇਹੋ ਕੁਕਰਮ ਚਲਾਏ। ਸਤਿਗੁਰੂ ਜੀ ਨੂੰ ਹੁਣ ਦੱਸਣ ਲੱਗਾ ਹੈ ਕਲਯੁਗ, ਆਪਣੇ ਲੱਛਣ ਦੱਸਣ ਲੱਗਾ ਹੈ ਕਿ ਮੈਂ ਲੋਕਾਂ ਦੇ ਨਾਲ, ਜਿਹੜੇ ਆਮ ਲੋਕ ਨੇ, ਉਹਨਾਂ ਦੀ ਹਾਲਤ ਕੈਸੀ ਕਰਾਂਗਾ। ਸਾਰਿਆਂ ਦੀ ਜਿਹੜੀ ਬੁੱਧੀ ਹੈ ਨਾ, ਮਤ ਹੈ, ਉਹ ਉਲਟੀ ਕਰ ਦੇਵਾਂਗਾ। ਹਾਂਜੀ, ਫੇਰ ਬੁੱਧ ਸਭਿਨ ਵਿਪਰੀਤ ਕਰ ਦੇਹ ਕੁਕਰਮ ਚਲਾਏ। ਸਾਰਿਆਂ ਦੀ ਮਤ ਨੂੰ ਪੁੱਠੀ ਕਰਕੇ ਤੇ ਕੁਕਰਮਾਂ ਦੇ ਵਿੱਚ ਲਾ ਦੇਣਾ ਕਰਾਂਗਾ ਮੈਂ। ਚੌਪਈ ਚੋਰੀ ਯਾਰੀ ਨਿੰਦਾ ਕੂਰਮ। ਹਾਂਜੀ, ਚੋਰੀ ਕਰਨੀ ਅਤੇ ਜੋ ਬੁਰਿਆਂ ਪੁਰਸ਼ਾਂ ਦੇ ਨਾਲ ਜੋ ਸੰਬੰਧ ਬਣਾਉਣਾ ਜਾਰੀ ਲਾਉਣੀ ਤੇ ਇਤ ਆਦਿਕ ਕੁਕਰਮ ਕਰਨੇ। ਲੰਪਟ ਲੋਭੀ ਤ੍ਰਿਸ਼ਨਾ ਪੂਰੰ। ਹਾਂਜੀ, ਤ੍ਰਿਸ਼ਨਾ ਦੇ ਵਿੱਚ ਲੰਪਟ ਤੇ ਲੋਭ ਦੇ ਵਿੱਚ ਲੰਪਟ, ਲੋਭ ਦੇ ਵਿੱਚ ਖਚਤ ਰਹਿਣਾ। ਜੋ ਐਸੇ ਲੱਛਣ ਨੇ, ਐਸੇ ਜਿਹੜੇ ਔਗੁਣ ਨੇ, ਇਹ ਮਨੁੱਖਾਂ ਦੇ ਵਿੱਚ ਪ੍ਰਵਿਰਤ ਹੋ ਜਾਣਗੇ। ਬਾਟ ਪਾਰ ਸੋ ਸੂਰ ਕਹਾਵਹਿ। ਹਾਂਜੀ, ਜਿਹੜੇ ਰਾਹ ਮਾਰ ਹੋਣਗੇ ਨਾ, ਉਹ ਆਪਣੇ ਆਪ ਨੂੰ ਸੂਰਮੇ ਕਹਾਉਣਗੇ। ਪਿਸ਼ਨ ਵੱਡੇ ਆਦਰ ਕੋ ਪਾਵਹਿ। ਹਾਂਜੀ, ਜਿਹੜੇ ਚੁਗਲਖੋਰ ਹੋਣਗੇ ਨਾ, ਉਹ ਬਹੁਤਾ ਜ਼ਿਆਦਾ ਆਦਰ ਪ੍ਰਾਪਤ ਕਰਨਗੇ ਦੁਨੀਆ ਦੇ ਉੱਪਰ। ਚੁਗਲਖੋਰ ਚੁਗਲੀ ਕਰਕੇ ਦੂਜਿਆਂ ਨੂੰ ਲੜਾ ਕੇ ਤੇ ਆਪ ਬਹੁਤਾ ਜ਼ਿਆਦਾ ਆਦਰ ਪਾਉਣਗੇ। ਬਹੁ ਬੋਲਤ ਸੇ ਗੁਣੀ ਕਹਾਵਹਿ। ਜਿਹੜੇ ਬਹੁਤਾ ਜ਼ਿਆਦਾ ਬੋਲਦੇ ਹੋਣਗੇ ਨਾ, ਊਟ ਪਟਾਂਗ, ਤੇ ਉਹ ਬਹੁਤੇ ਜ਼ਿਆਦਾ ਆਪਣੇ ਆਪ ਨੂੰ ਗੁਣੀ ਕਹਾਉਣਗੇ। ਸਾਚ ਕਹੈ ਤਿਸ ਸੱਠ ਠਹਿਰਾਵਹਿ। ਜਿਹੜੇ ਸੱਚੇ ਬਚਨ ਕਹਿਣਗੇ ਨਾ, ਉਹਨੂੰ ਮੂਰਖ ਠਹਿਰਾਇਆ ਜਾਵੇਗਾ। ਉਹਨੂੰ ਕਿਹਾ ਜਾਵੇਗਾ ਕਿ ਇਹ ਮੂਰਖ ਹੈ ਜਿਹੜਾ ਸੱਚ ਬੋਲਦਾ ਹੋਵੇਗਾ। ਗੁਨੀਅਨ ਕੇਰ ਨਿਰਾਦਰ ਹੋਊ। ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਗੁਣੀ ਨੇ ਨਾ, ਗੁਣੀ ਪੁਰਸ਼ ਨੇ, ਉਹਨਾਂ ਦਾ ਨਿਰਾਦਰ ਹੋਵੇਗਾ। ਭੂਪ ਨਿਕਟ ਬੈਠੇ ਸੱਠ ਜੋਊ। ਰਾਜੇ ਦੇ ਕੋਲ ਹੋ ਕੇ ਬੈਠਣਗੇ ਜਿਹੜੇ ਮੂਰਖ, ਅਤ ਦਰਜੇ ਦੇ ਮੂਰਖ ਹੋਣਗੇ ਨਾ, ਉਹ ਰਾਜੇ ਦੇ ਕੋਲ ਹੋ ਕੇ ਬੈਠਣਗੇ। ਤੇ ਮੂਰਖਾਂ ਨੇ ਸਲਾਹ ਵੀ ਮੂਰਖਾਂ ਵਾਲੀ ਹੀ ਦੇਣੀ ਹੈ ਰਾਜੇ ਨੂੰ। ਦੋਹਰਾ ਕਲਮਲ ਆਲਿਆ ਹੋਏ ਨਰ ਕਿਰਪਨ ਨ ਕਰਹੀ ਦਾਨ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਲਯੁਗ ਨੇ ਕਿ ਸਤਿਗੁਰੂ ਜੀ, ਉਹ ਮੇਰੇ ਸਮੇਂ ਦੇ ਵਿੱਚ, ਮੇਰੀ ਸਿੱਖਦਾਰੀ ਦੇ ਵਿੱਚ ਪਾਪਾਂ ਦੇ ਘਰ ਹੋਣਗੇ ਮਨੁੱਖ, ਭਾਵ ਕਿ ਇੰਨੇ ਪਾਪ ਕਰਨਗੇ ਜੀਵ। ਕਲਮਲ ਆਲੇ ਹੋਏ ਨਰ ਕਿਰਪਨ ਨ ਕਰਹੀ ਦਾਨ। ਹਾਂਜੀ, ਕਲਮਲ ਬੱਜਰ ਪਾਪਾਂ ਦੇ ਘਰ ਹੋਣਗੇ ਤੇ ਕੰਜੂਸ ਇੰਨੇ ਹੋਣਗੇ ਕਿ ਦਾਨ ਨਹੀਂ ਕਰਨਗੇ। ਧਰਮ ਦੇ ਲੇਖੇ ਆਪਣੀ ਮਾਇਆ ਨੂੰ ਨਹੀਂ ਲਾ ਸਕਣਗੇ। ਧਰਮ ਹੈ ਤੇ ਵਿਪਰੀਤ ਹੋਏ ਪਾਵਹਿ ਕਸ਼ਟ ਨਿਦਾਨ। ਧਰਮ ਤੋਂ ਵਿਪਰੀਤ, ਧਰਮ ਤੋਂ ਉਲਟੇ ਹੋ ਜਾਣਗੇ ਤੇ ਬਹੁਤਾ ਜ਼ਿਆਦਾ ਕਸ਼ਟ ਪਾਉਣਗੇ ਇਹ ਸੰਸਾਰਕ ਜੀਵ। ਚੌਪਈ ਦੇਜ ਵਿਵਹਾਰੀ ਬਹੁਰ ਕਿਸਾਨਾ। ਹਾਂਜੀ, ਜਿਹੜੇ ਪੰਡਤ ਤੇ ਵਿਵਹਾਰੀ ਕਿਸਾਨ ਹੋਣਗੇ ਤੋ
ਇਹ ਜਿਹੜੇ ਹੋਣਗੇ ਤਿਨ ਕੋ ਆਦਰ ਹੋਏ ਮਹਾਨਾ। ਉਹਨਾਂ ਦਾ ਆਦਰ ਬਹੁਤਾ ਜ਼ਿਆਦਾ ਹੋਵੇਗਾ। ਭਾਵ ਕਿ ਜਿਹੜੇ ਠੱਗੀ ਕਰਕੇ ਧਨ ਕਮਾਉਣਗੇ ਨਾ, ਵਿਵਹਾਰ ਕਰਨਗੇ ਤੇ ਉਹਨਾਂ ਦਾ ਆਦਰ ਹੋਵੇਗਾ ਬਹੁਤਾ ਜ਼ਿਆਦਾ। ਵੇਦ ਪਾਠ ਕੀ ਤਤ ਵਿਚਾਰੀ। ਜਿਹੜੇ ਵੇਦਾਂ ਦਾ ਪਾਠ ਕਰਨ ਵਾਲੇ ਹੋਣਗੇ ਤੇ ਤਤ ਸਿਧਾਂਤ ਦੀ ਵਿਚਾਰ ਕਰਨ ਵਾਲੇ, ਭਾਵ ਕਿ ਗਿਆਨਵਾਨ ਹੋਣਗੇ ਜਿਹੜੇ, ਤਿਨਹੇ ਕਹਤ ਏ ਫਿਰਤ ਖੁਆਰੀ। ਉਹਨਾਂ ਨੂੰ ਕਹਿਣਗੇ ਕਿ ਐਵੇਂ ਧੱਕੇ ਖਾਂਦਾ ਫਿਰਦਾ ਹੈ ਇਹ। ਭੂਪ ਕਹੈ ਹਮਕੋ ਨਿਤ ਟੋਟੂ। ਹਾਂ, ਜਿਹੜੇ ਰਾਜੇ ਹੋਣਗੇ ਉਹ ਕਹਿਣਗੇ ਕਿ ਸਾਨੂੰ ਘਾਟਾ ਪੈ ਗਿਆ ਹੈ, ਘਾਟਾ ਪੈ ਗਿਆ ਬਹੁਤ ਜ਼ਿਆਦਾ। ਪ੍ਰਜਾ ਕਹੇ ਹਮ ਲੇਹ ਖਸੋਟੂ। ਪ੍ਰਜਾ ਦੇ ਲੋਕ ਕਹਿਣਗੇ ਕਿ ਸਾਨੂੰ ਰਾਜਿਆਂ ਨੇ ਲੁੱਟ ਲਿਆ ਏ। ਜੋ ਉਲਟੀ ਵਾੜ ਖੇਤ ਕੋ ਖਾਈ, ਐਸੀ ਹਾਲਤ ਹੋਵੇਗੀ। ਰਾਜੇ ਨੇ ਨਾ ਜਿਹੜੇ, ਉਹ ਪ੍ਰਜਾ ਦੀ ਵਾੜ ਹੋਣਗੇ ਤੇ ਰਾਜੇ ਹੀ ਪ੍ਰਜਾ ਨੂੰ ਲੁੱਟ ਕੇ ਖਾ ਜਾਣਗੇ। ਸੰਨਿਆਸੀ ਸੰਚਹਿ ਬਹੁ ਧਨ ਕੋ। ਜਿਹੜੇ ਸੰਨਿਆਸੀ ਹੋਣਗੇ ਨਾ, ਜਿਹੜੇ ਕਹਿਣਗੇ ਕਿ ਸਾਡੀਆਂ ਸਾਰੀਆਂ ਆਸਾਂ ਮਰ ਗਈਆਂ, ਉਹ ਧਨ ਬਹੁਤਾ ਜ਼ਿਆਦਾ ਇਕੱਠਾ ਕਰਨਗੇ। ਉੱਪਰੋਂ ਤਾਂ ਕਹਿਣਗੇ ਕਿ ਸਾਡੀਆਂ ਸਾਰੀਆਂ ਆਸਾਂ ਮਰ ਗਈਆਂ, ਅਸੀਂ ਜੋ ਕਿ ਕੋਈ ਵੀ ਸਾਡੇ ਮਨ ਦੇ ਵਿੱਚ ਆਸ ਨਹੀਂ ਹੈ। ਤੋ ਗ੍ਰਸਤੀਆਂ ਨਾਲੋਂ ਵੱਖਰੇ ਹੋ ਕੇ ਬੈਠਣਗੇ। ਕਹਿਣਗੇ ਕਿ ਅਸੀਂ ਗ੍ਰਸਤੀਆਂ ਦੀ ਛਾਇਆ ਵੀ ਨਹੀਂ ਲੈਣੀ। ਕਹਿਣ ਤੋਂ ਭਾਵ ਕਿ ਗ੍ਰਸਤੀ ਨਹੀਂ ਹੋਣਾ ਚਾਹੀਦਾ। ਗ੍ਰਸਤ ਧਰਮ ਦੇ ਵਿੱਚ ਪ੍ਰਵਿਰਤ ਹੋ ਕੇ ਜੰਜਾਲਾਂ ਦੇ ਵਿੱਚ ਫਸ ਜਾਈਦਾ ਹੈ। ਅਨੇਕਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ। ਕਹਿਣਗੇ ਕਿ ਸਾਡੀਆਂ ਸਾਰੀਆਂ ਆਸਾਂ ਮਰ ਗਈਆਂ। ਹਾਂਜੀ, ਅਸਨ ਬਸਨ ਅਲਪ ਗ੍ਰਸਤਿਨ ਕੋ। ਜਿਹੜੇ ਗ੍ਰਸਤੀ ਹੋਣਗੇ ਉਹ ਭੋਜਨ ਪ੍ਰਸ਼ਾਦੇ ਤੋਂ ਤੇ ਜਾਂ ਗੁਜ਼ਾਰੇ ਤੋਂ ਬਹੁਤਾ ਜ਼ਿਆਦਾ, ਗੁਜ਼ਾਰਾ ਵੀ ਉਹਨਾਂ ਦਾ ਤੰਗੀ ਦੇ ਸਹਿਤ ਹੋਵੇਗਾ। ਤੇ ਜਿਹੜੇ ਕਹਿਣਗੇ ਕਿ ਸਾਡੀਆਂ ਆਸਾਂ ਮਰ ਗਈਆਂ, ਉਹ ਬਹੁਤਾ ਜ਼ਿਆਦਾ ਧਨ ਜੋੜ ਕੇ ਰੱਖਣਗੇ। ਔਰ ਗਣਨ ਕਰ ਕਹਾਂ ਸੁਣਾਉ। ਕਲਯੁਗ ਨੇ ਕਿਹਾ ਕਿ ਹੋਰ ਕੀ ਗਿਣ ਕੇ ਦੱਸਣਾ ਕਰਾਂ ਜੀ। ਮੋਰ ਸਮੈ ਕੋ ਜੌਨ ਪ੍ਰਭਾਉ। ਮੇਰੇ ਸਮੇਂ ਦਾ ਜਿਹੜਾ ਪ੍ਰਭਾਵ ਹੋਵੇਗਾ ਉਹ ਮੈਂ ਕਹਿ ਨਹੀਂ ਸਕਦਾ ਸੰਪੂਰਨ ਤੌਰ ਤੇ। ਹਾਂਜੀ, ਜਿਹੇ ਸਤ ਤਪ ਬ੍ਰਤ ਧਰਮ ਉਪਾਸਨ। ਅੱਗੇ ਕੱਲ ਨੂੰ ਵਿਚਾਰ ਸਰਵਣ ਕਰਾਂਗੇ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਕਲਯੁਗ ਨੇ ਸਾਰਾ ਹੀ ਕੁਝ ਦੱਸਿਆ ਹੈ। ਅੱਗੇ ਜੋ ਸਤਿਗੁਰੂ ਜੀ ਨੇ ਕਲਯੁਗ ਨੂੰ ਉਪਦੇਸ਼ ਦੇਣਾ, ਉਹਦੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਤੇ ਅੱਗੇ ਵਾਲਾ ਜਿਹੜਾ ਪ੍ਰਸੰਗ ਪ੍ਰਾਰੰਭ ਹੋਵੇਗਾ ਉਹ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਨੇ ਮੁਨਾਫਕ ਦੇਸ਼ ਦੇ ਵਿੱਚ ਜਾਣਾ ਹੈ। ਸ਼ਾਇਦ ਮੁਨਾਫਕ ਦੇਸ਼ ਵਾਲਾ ਪ੍ਰਸੰਗ ਹੈ ਅੱਗੇ। ਤੋਂ ਉਹਦੇ ਵਿੱਚ ਸਤਿਗੁਰੂ ਜੀ ਨੇ ਜੋ ਕੌਤਕ ਕੀਤੇ ਤੋਂ ਉਹ ਆਪਾਂ ਸਰਵਣ ਕਰਾਂਗੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਬੇਨਜ਼ੀਰ, ਬੜੇ ਅਤਿਰਿਕਤ ਕੌਤਕ ਕੀਤੇ ਨੇ ਅੱਗੇ ਵਾਲੇ ਪ੍ਰਸੰਗ ਦੇ ਵਿੱਚ। ਉਹ ਸਰਵਣ ਕਰਕੇ ਲਾਹੇ ਪ੍ਰਾਪਤ ਕਰਾਂਗੇ। ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਔਰ ਗਣਨ ਕਰ ਕਹਾਂ ਸੁਨਾਉ, ਮੋਰ ਸਮੈ ਕੋ ਜੌਨ ਪ੍ਰਭਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ